ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਹਾਂਜੀ, ਮਿਹਰਬਾਨੀ ਜੀ। ਖਾਲਿਦ ਸਾਹਿਬ, ਸਵਾਲ ਲਗਾਤਾਰ ਕਾਨੂੰਨ ਵਿਵਸਥਾ ਦੇ ਉੱਤੇ ਖੜਾ ਹੁੰਦਾ। ਵਿਰੋਧੀ ਧਿਰਾਂ ਨੇ, ਕਾਂਗਰਸ ਨੇ ਪਹਿਲ ਕੀਤੀ ਸੀ ਕਿ ਆਪਾਂ ਰਲ ਮਿਲ ਕੇ ਇਕਜੁੱਟ ਹੋਈਏ, ਸਾਰੀਆਂ ਪਾਰਟੀਆਂ ਜਿਹੜੀਆਂ ਬਹਿ ਕੇ ਵਿਚਾਰ ਕਰੀਏ ਕਿ ਪੰਜਾਬ ਦਾ ਲਾ ਐਂਡ ਆਰਡਰ ਕਿਸ ਤਰ੍ਹਾਂ ਸੰਭਾਲਿਆ ਜਾਏ। ਹਾਲਾਂਕਿ ਉਹ ਬੈਠਕ ਹੁਣ ਟਾਲ ਦਿੱਤੀ ਹੈ। ਅਕਾਲੀ ਦਲ ਤੇ ਭਾਜਪਾ ਵਾਲੇ ਕਹਿੰਦੇ ਕਿ ਸਾਨੂੰ ਸਮਾਂ ਦਿਓ। ਉਧਰਲੇ ਬੰਨੇ ਮੁੱਖ ਮੰਤਰੀ ਸਾਹਿਬ ਦਿੱਲੀੋਂ ਹੋ ਕੇ ਆਏ ਨੇ ਤੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਅੱਜ। ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਿਆ ਜਾਏ? ਇੱਕ ਪਾਸੇ ਵਿਰੋਧੀਆਂ ਦਾ ਪ੍ਰੈਸ਼ਰ ਹੈ, ਲੋਕਾਂ ਦਾ ਵੀ ਪ੍ਰੈਸ਼ਰ ਹੈ, ਤੇ ਦੂਜੇ ਬੰਨੇ ਸਰਕਾਰ ਨੂੰ ਜਿਹੜਾ ਸਮਝ ਨਹੀਂ ਆ ਰਹੀ ਕਿ ਚੱਲਿਆ ਕਿਹੜੇ ਪਾਸੇ ਜਾਏ। ਦੇਖੋ ਸੁਖਵਿੰਦਰ ਜੀ, ਜਿਹੜਾ ਗੈਂਗ ਵਾਰ ਹੈਗੀ ਹੈ, ਜਿਹਦੀ ਬਲੀ ਆਪਾਂ ਦੇਖ ਰਹੇ ਹਾਂ ਕਿ ਇਹ ਗਾਇਕ ਸਾਹਿਬ ਦੇ ਉੱਪਰ ਜਿਹੜਾ ਅਟੈਕ ਹੋਇਆ ਮੂਸੇਵਾਲਾ ਦੇ ਉੱਪਰ, ਔਰ ਉਹ ਸਾਰਾ ਜਿਹੜਾ ਹੈਗਾ ਇਹ ਪਿੱਛੇ ਕਾਫੀ ਦੇਰ ਤੋਂ ਚੱਲ ਰਿਹਾ ਹੈ। ਲੇਕਿਨ ਰੀਸੈਂਟ ਦਿਨਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇੱਕ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ, ਉਹਦੇ ਪਰ ਕਈ ਸਵਾਲ ਖੜੇ ਕਰਨ ਦਾ ਲੋਕਾਂ ਨੂੰ ਮੌਕਾ ਮਿਲਿਆ। ਜਿਵੇਂ ਕਿ ਮੋਹਾਲੀ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਆਈ ਥਿੰਕ IB ਦਾ ਆਫਿਸ ਥਾ ਜਾਂ ਕੋਈ ਆਫਿਸ ਥਾ, ਉਹਦੇ ਪਰ ਕੋਈ ਅਟੈਕ ਕੀਤਾ ਗਿਆ। ਪਟਿਆਲੇ ਦੇ ਵਿੱਚ ਜੋ ਹੋਇਆ ਆਪਾਂ ਨੂੰ ਪਤਾ ਹੈ। ਪਰਸੋਂ ਚੌਥੇ ਆਪਣੇ ਜਲੰਧਰ ਨੂੰ ਜਾਂਦੀ ਇੱਕ ਬੱਸ ਦੇ ਵਿੱਚ ਉਹ ਜਿਹੜਾ ਹੈਗਾ ਕੰਡਕਟਰ, ਉਹ ਕਹਿੰਦੇ ਜੀ ਉਹਦੇ ਪੈਸੇ ਲੁੱਟ ਲੱਟ ਲੈ। ਇਹ ਜਿਹੜਾ ਅਟੈਕ ਹੋਇਆ ਹੈ ਮੂਸੇਵਾਲਾ ਦੇ ਵਿੱਚ, ਇਹ ਸਾਰੀਆਂ ਜਿਹੜੀਆਂ ਹੈਗੀਆਂ, ਈਵਨ ਅੰਮ੍ਰਿਤਸਰ ਦੇ ਵਿੱਚ ਕਈ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਤਾਂ ਉਹ ਸਾਨੂੰ ਸਾਰਿਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ ਹੀ ਨਹੀਂ ਬਲਕਿ ਜਨਤਾ ਨੂੰ, ਔਰ ਉਹ ਲੋਕ ਜਿਹੜੇ ਸੋਚਦੇ ਆ ਪੰਜਾਬ ਦੇ ਬਾਰੇ, ਉਹਨਾਂ ਨੂੰ ਇਹਦੇ ਬਾਰੇ ਗੌਰ ਕਰਨ ਦੀ ਲੋੜ ਹੈ। ਜਿੱਥੇ ਤੱਕ ਸਵਾਲ ਹੈ, ਤੁਸੀਂ ਆਮ ਆਦਮੀ ਪਾਰਟੀ ਦੀ ਜਾਂ CM ਸਾਹਿਬ ਦੀ ਗੱਲ ਕੀਤੀ ਹੈ, ਮੈਂ ਦੱਸਦਾ ਕਿ ਪਹਿਲਾਂ ਤੁਸੀਂ ਸਿਕਿਉਰਿਟੀ 424 ਬੰਦਿਆਂ ਦੀ ਵਾਪਸ ਲੈ ਲਈ। ਉਸ ਤੇ ਨੈਕਸਟ ਡੇ ਇਹ ਅਟੈਕ ਹੋ ਗਿਆ। ਇਹ ਅਟੈਕ ਉਹਦੀ ਵਜ੍ਹਾ ਕਰਕੇ ਹੋਇਆ ਜਾਂ ਪਹਿਲਾਂ ਤੋਂ ਸੰਯੋਜਿਤ ਸੀਗਾ, ਇਹ ਇੱਕ ਵਿਸ਼ਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ। ਲੇਕਿਨ ਉਸ ਤੋਂ ਬਾਅਦ ਤੁਸੀਂ ਜਿਸ ਵੇਲੇ ਕ੍ਰੀਮੇਸ਼ਨ ਦੇ ਉੱਪਰ ਕੋਈ ਤੁਹਾਡਾ ਉੱਘਾ ਲੀਡਰ ਉੱਥੇ ਨਹੀਂ ਗਿਆ, ਨੈਚੁਰਲੀ ਇਹ ਸੀਗਾ ਕਿ ਲੋਕ ਅਪੋਜ਼ ਕਰਨਗੇ ਕਿ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਕਿਉਰਿਟੀ ਵਾਪਸ ਲੈਤੀ ਤਾਂ ਇਹ ਹੋਇਆ। ਔਰ ਉਸ ਤੋਂ ਬਾਅਦ ਜਿਸ ਵੇਲੇ ਇੱਕ ਹੋਰ ਮੰਤਰੀ ਪ੍ਰੈਜ਼ੈਂਟ ਗਵਰਨਮੈਂਟ ਦਾ ਗਏ ਉੱਥੇ, ਤੇ ਹੁਣ ਜਿਹੜਾ ਹੈਗਾ CM ਸਾਹਿਬ ਜਾ ਰਹੇ ਹੈ, ਲੇਕਿਨ CM ਸਾਹਿਬ ਜਾ ਰਹੇ ਹੈ ਕੇਜਰੀਵਾਲ ਨੂੰ ਮਿਲਣ ਤੇ ਬਾਅਦ। ਉਹਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਸਾਹਮਣੇ ਆਉਂਦੀ ਹੈ ਕਿ ਕਿਆ ਤੁਸੀਂ ਇੰਡੀਪੈਂਡੈਂਟਲੀ ਕੰਮ ਕਰ ਰਹੇ ਹੋ ਜਾਂ ਦਿੱਲੀ ਦੀ ਡਾਇਰੈਕਸ਼ਨ ਤੇ ਕੰਮ ਕਰ ਰਹੇ ਹੋ। ਲੋਕਾਂ ਨੇ ਨੈਚੁਰਲੀ ਸਵਾਲ ਜਿਹੜਾ ਹੈਗਾ ਪੁੱਟ ਕਰਨਾ। ਅਗਰ ਤੁਸੀਂ ਪਹਿਲੇ ਦਿਨ ਹੀ ਚਲੇ ਜਾਂਦੇ ਉੱਥੇ, ਅਗਰ ਏਡਾ ਵੱਡਾ ਕੱਟ ਸੀਗਾ ਔਰ ਏਡਾ ਵੱਡਾ ਇਨਸੀਡੈਂਟ ਹੋਇਆ ਸੀਗਾ, ਤਾਂ ਉਹਦਾ ਮੀਨਿੰਗ ਡਿਫਰੈਂਟ ਹੋਣਾ ਸੀਗਾ। ਲੇਕਿਨ ਅੱਜ ਜਦ ਤੁਸੀਂ ਜਾ ਰਹੇ ਹੋ ਤਾਂ ਉਹਦਾ ਮੀਨਿੰਗ ਡਿਫਰੈਂਟ ਹੈ। ਔਰ ਖਾਸ ਤੌਰ ਪਰ CM ਦਿੱਲੀ ਨੂੰ ਜਾਂ ਕੇਜਰੀਵਾਲ ਨੂੰ ਮਿਲਣ ਤੋਂ ਬਾਅਦ, ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ, ਆਪੋਜੀਸ਼ਨ ਪਾਰਟੀਆਂ ਹੈ, ਉਹਨਾਂ ਨੂੰ ਇਹ ਗੱਲ ਕਰਨ ਦਾ ਡੈਫੀਨੇਟਲੀ ਮੌਕਾ ਮਿਲੇਗਾ ਕਿ ਦੇਖੋ ਉੱਥੋਂ ਡਾਇਰੈਕਸ਼ਨ ਲੈਤੀ ਹੈ ਤਾਂ ਜਾ ਰਹੇ ਹਾਂ, ਅਦਰਵਾਈਜ਼ ਇਹਨਾਂ ਦਾ ਜਾਣ ਦਾ ਕੋਈ ਇਰਾਦਾ ਨਹੀਂ ਸੀਗਾ। ਇਸ ਗੱਲ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਜਿਹੜੀਆਂ ਵਿਰੋਧੀ ਪੋਲੀਟੀਕਲ ਪਾਰਟੀਆਂ ਹੈ, ਉਹਨਾਂ ਨੂੰ ਵੀ ਇਸ ਚੀਜ਼ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਲਾ ਐਂਡ ਆਰਡਰ ਦਾ ਮਸਲਾ ਜਿਹੜਾ ਹੈਗਾ, ਇਹਨੂੰ ਹੱਥੋਂ ਨਿਕਲਣ ਨਾ ਦਈਏ। ਅਗਰ ਇਹ ਹੱਥੋਂ ਨਿਕਲ ਗਿਆ ਤਾਂ ਪੰਜਾਬ ਨੇ ਪਹਿਲਾਂ ਬੜਾ ਵੱਡਾ ਸੰਤਾਪ ਭੋਗਿਆ, ਆਪਾਂ ਸਾਰਿਆਂ ਨੂੰ ਪਤਾ ਹੈ। ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਉਹ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ ਹੈ। ਐਂਡ ਲਾ ਐਂਡ ਆਰਡਰ ਰਹੇਗਾ ਤਾਂ ਰਾਜਨੀਤੀ ਵੀ ਚੱਲੇਗੀ, ਲਾ ਐਂਡ ਆਰਡਰ ਰਹੇਗਾ ਤਾਂ ਬਾਕੀ ਸਭ ਕੁਝ ਵੀ ਚੱਲੇਗਾ। ਅਗਰ ਲਾ ਐਂਡ ਆਰਡਰ ਹੱਥੋਂ ਨਿਕਲ ਗਿਆ ਤਾਂ ਤੁਹਾਡੀ ਰਾਜਨੀਤੀ ਜਿਹੜੀ ਹੈਗੀ ਹੈ ਉਹ ਵੀ ਹੱਥੋਂ ਨਿਕਲ ਜਾਂਦੀ ਹੈ। ਵਧੀਆ ਰਾਜਨੀਤੀ ਇੱਕ ਪੀਸਫੁਲ ਮਾਹੌਲ ਦੇ ਵਿੱਚ ਹੀ ਹੋ ਸਕਦੀ ਹੈ, ਵਾਇਲੈਂਟ ਮਾਹੌਲ ਦੇ ਵਿੱਚ ਰਾਜਨੀਤੀ ਨਹੀਂ ਹੋ ਸਕਦੀ। ਜੀ ਪ੍ਰੋਫੈਸਰ, ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੀ ਕਰਨਾ ਪੈਣਾ? ਵਿਰੋਧੀ ਧਿਰਾਂ ਤਾਂ ਚਲੋ ਸਲਾਹ ਹੀ ਦੇਣਗੀਆਂ, ਉਹ ਜਾ ਕੇ ਗਵਰਨਰ ਸਾਹਿਬ ਨੂੰ ਮਿਲ ਲੈਂਦੇ ਨੇ ਕਿ ਰਾਸ਼ਟਰਪਤੀ ਰਾਜ ਲਾ ਦਿਓ, ਪਰ ਇਹੋ ਜਿਹਾ ਕੋਈ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿ ਰਾਸ਼ਟਰਪਤੀ ਰਾਜ ਲੱਗੇ। ਸਰਕਾਰ ਨੂੰ ਕੀ ਕਰਨਾ ਪੈਣਾ? ਇਹੋ ਜਿਹੇ ਕਿਹੜੇ ਕਦਮ ਚੁੱਕਣੇ ਨੇ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ? ਦੇਖੋ, ਪਹਿਲੀ ਚੀਜ਼ ਹੈ ਲੈਂਡ, ਜਿਹੜਾ ਤੁਸੀਂ ਕਿਹਾ ਰਾਸ਼ਟਰਪਤੀ ਰਾਜ ਵਗੈਰਾ ਦੀ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਰਾਸ਼ਟਰਪਤੀ ਰਾਜ ਆਰਟੀਕਲ 356 ਦੇ ਅੰਡਰ ਤਾਂ ਲੱਗਦਾ ਜੇ
सूबे दी सरकार अपना संविधानक दायित्व पूरा करन तो असमर्थ होवे और गवर्नर सेंटर गवर्नमेंट ਨੂੰ ਰਿਪੋਰਟ ਕਰੇ ਕਿ ਇੱਥੇ ਕਨਸਟੀਟਿਊਸ਼ਨਲ ਮਸ਼ੀਨਰੀ ਬ੍ਰੇਕਡਾਊਨ ਹੋ ਗਈ ਹੈ, ਇਸ ਕਰਕੇ ਬੁਲਾਓ। ਇਸ ਤਰ੍ਹਾਂ ਦੀ ਕੋਈ ਸਥਿਤੀ ਪੰਜਾਬ ਦੇ ਵਿੱਚ ਨਹੀਂ ਹੈ ਔਰ ਨਾ ਉਮੀਦ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਹੋਏਗੀ। ਲੇਕਿਨ ਜਿੱਥੇ ਤੱਕ ਸਵਾਲ ਹੈਗਾ ਕਿ ਜਿਹੜਾ ਲਾ ਐਂਡ ਆਰਡਰ ਹੈ ਉਹਨੂੰ ਆਪਾਂ ਕਿਵੇਂ ਸੁਧਾਰ ਸਕਦੇ ਹਾਂ ਜਾਂ ਕਿਵੇਂ ਦੇਖ ਸਕਦੇ ਹਾਂ। ਦੇਖੋ, ਪੰਜਾਬ ਦੇ ਵਿੱਚ ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ ਇੱਥੇ ਪ੍ਰੈਜ਼ੈਂਸ ਸੈਂਟਰਲ ਫੋਰਸਿਸ ਦੀ ਵੀ ਕਾਫੀ ਜ਼ਿਆਦਾ ਹੈਗੀ ਹੈ, ਚਾਹੇ ਉਹ CAPF ਲਾ ਲਓ, ITBP ਲਾ ਲਓ, BSF ਲੈ ਲਓ। ਇੱਕ ਲੰਬਾ ਚੌੜਾ ਹਿੱਸਾ ਆਲਰੇਡੀ BSF ਦੇ ਘੇਰੇ 'ਚ ਆ ਚੁੱਕਿਆ। ਸੈਂਟਰਲ ਗਵਰਨਮੈਂਟ ਦੇ ਆਰਡਰਸ ਦੇ ਮੁਤਾਬਕ 50 ਕਿਲੋਮੀਟਰ ਦਾ ਏਰੀਆ ਬਾਰਡਰ ਤੋਂ ਲੈ ਕੇ ਪੂਰੇ ਪੰਜਾਬ ਦਾ ਤਕਰੀਬਨ 1/3 ਆਲਰੇਡੀ, ਯਾਨੀ ਕਿ ਤੁਸੀਂ ਡਰੱਗਸ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ ਉਹ ਕਰਨਗੇ, ਉਹ ਸਿੱਧਾ ਮਤਲਬ ਕਾਰਵਾਈ ਕਰ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਫੋਰਸਿਸ ਦੀ ਤਾਂ ਕੋਈ ਕਮੀ ਨਹੀਂ ਹੈ, ਲੇਕਿਨ ਉਹਦੇ ਨਾਲ ਇਹ ਵੀ ਹੈਗਾ ਕਿ ਜਿਹੜੇ ਲੋਕ ਚਾਹੇ ਉਹ ਗੁੰਡਾ ਟੈਕਸ ਵਸੂਲਦੇ ਹੋਣ, ਚਾਹੇ ਉਹ ਜਿਹੜੇ ਹੈਗੇ ਆ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਆਹ ਠੱਗ ਔਰ ਜਿਹੜੇ ਲੜਾਈ ਝਗੜਾ ਕਰਦੇ ਆ, ਵਾਇਲੈਂਸ ਕਰਦੇ ਆ ਗੁੱਟ, ਉਹ ਸਾਰੇ ਹੋਣ, ਕਿਸੇ ਤਰ੍ਹਾਂ ਦੀ ਉਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਪੰਜਾਬ ਦੀ ਤਰਾਸਦੀ ਹੈਗੀ ਹੈ ਕਿ ਸਾਡੇ ਜਿਹੜੇ ਥਾਣੇ ਹੈ, ਸਾਡੇ ਜਿਹੜੇ MLA ਹੈ, ਉਹ ਆਪਣੀ ਰਾਜਨੀਤੀ ਥਾਣਿਆਂ ਦੇ ਆਲੇ ਦੁਆਲੇ ਘੁਮਾਉਣ ਨੂੰ ਹਿਲ ਗਏ। ਯਾਨੀ DSPs ਦੇ ਉੱਪਰ, SHOs ਦੇ ਉੱਪਰ ਪ੍ਰੈਸ਼ਰਾਈਜ਼ ਕਰਨਾ, ਕਿਹਨੂੰ ਫੜਨਾ ਹੈ, ਕਿਹਨੂੰ ਛੱਡਣਾ ਹੈ, ਅਗਰ ਕੋਈ ਫੜਿਆ ਵੀ ਗਿਆ ਉਹਦੇ ਉੱਪਰ ਪ੍ਰੈਸ਼ਰ ਪਾ ਦੇਣਾ, ਇੱਕ ਤਾਂ ਇਹ ਹੈਗਾ। ਦੂਸਰਾ ਹੈਗਾ ਕਰਪਸ਼ਨ ਜਿਹੜੀ ਹੈਗੀ ਹੈ ਫੋਰਸਿਸ ਦੇ ਵਿੱਚ। ਤੀਸਰਾ ਹੈਗਾ ਮੁਸਤੈਦੀ। ਸਾਡੀਆਂ ਜਿਹੜੀਆਂ ਫੋਰਸਿਸ ਉਹਨਾਂ ਨੂੰ ਵੀ ਮੁਸਤੈਦ ਹੋਣਾ ਪਏਗਾ, ਕਰਪਸ਼ਨ ਦੇ ਉੱਪਰ ਨਕੇਲ ਪਾਉਣੀ ਪਏਗੀ ਔਰ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਹੈਗੀ ਹੈ ਉਹਨੂੰ ਘਟਾਉਣਾ ਪਏਗਾ। ਔਰ ਜਿਹਨੂੰ ਆਪਾਂ ਕਹਿੰਦੇ ਆ ਟੂ ਕਾਲ ਇਜ਼ ਸਪੇਡ, ਜਿਹੜੀ ਗਲਤ ਹੈ ਉਹਨੂੰ ਗਲਤ ਕਹਿਣਾ, ਠੀਕ ਹੈ ਉਹਨੂੰ ਠੀਕ ਕਹਿਣਾ। ਅਗਰ ਆਪਾਂ ਇਸ ਵੱਲ ਚੱਲੀਏ ਤਾਂ ਮੈਨੂੰ ਲੱਗਦਾ ਹੈ ਕਿ ਸਥਿਤੀ ਕਾਫੀ ਸੁਧਰ ਸਕਦੀ ਹੈ। ਲੇਕਿਨ ਇਹ ਬਹੁਤ ਵੱਡਾ ਇਫ ਹੈ, ਇਹ ਇਸ ਤਰ੍ਹਾਂ ਹੋਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਵਿੱਚ ਗਲਤ ਬੰਦੇ ਵੀ ਤੁਹਾਡੇ ਸਮਰਥਕ ਹੁੰਦੇ ਆ, ਠੀਕ ਬੰਦੇ ਵੀ ਸਮਰਥਕ ਹੁੰਦੇ ਆ। ਜਿਹੜੇ ਗਲਤ ਹੈ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਪੈਸੇ ਵੀ ਦਿੱਤੇ ਸੀ, ਤੁਹਾਨੂੰ ਅਸੀਂ ਵੋਟਾਂ ਹੀ ਪਾਈਆਂ ਸੀਗੀਆਂ, ਹੁਣ ਸਾਡੇ ਗਲਤ ਕੰਮਾਂ 'ਚ ਮਦਦ ਵੀ ਕਰੋ ਜਾਂ ਸਾਨੂੰ ਛੁਡਾਓ ਅਗਰ ਅਸੀਂ ਗਲਤ ਕੰਮਾਂ 'ਚ ਫਸ ਗਏ ਹਾਂ ਕਿਤੇ। ਉੱਥੇ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹ ਕਈ ਵਾਰ ਕੰਪਰੋਮਾਈਜ਼ ਕਰ ਲੈਂਦੇ ਆ, ਆਪਾਂ ਦੇਖਦੇ ਹਾਂ। ਉਹ ਸਿਚੁਏਸ਼ਨ ਦੇ ਵਿੱਚ ਲਾ ਐਂਡ ਆਰਡਰ ਫਿਰ ਠੀਕ ਨਹੀਂ ਹੋ ਸਕਦਾ। ਲਾ ਐਂਡ ਆਰਡਰ ਠੀਕ ਕਰਨ ਵਾਸਤੇ ਤੁਹਾਡੇ ਅੰਦਰ ਉਹ ਡਿਟਰਮੀਨੇਸ਼ਨ ਹੋਣਾ ਚਾਹੀਦਾ ਕਿ ਸਟੇਟ ਦੇ ਵਿੱਚ ਅਗਰ ਲਾ ਐਂਡ ਆਰਡਰ ਸਹੀ ਹੈ ਤਾਂ ਸਾਰੀ ਚੀਜ਼ਾਂ ਸਹੀ ਚੱਲ ਸਕਦੀਆਂ। ਯਕੀਨੀ ਇਸ ਗੱਲ ਨੂੰ ਵੀ ਪ੍ਰੋਫੈਸਰ ਮੇਰੇ ਖਿਆਲ 'ਚ ਬਣਾਉਣਾ ਪੈਣਾ ਕਿ ਜਿਵੇਂ ਪਿੱਛੇ ਖਬਰਾਂ ਰਹੀਆਂ ਕਿ ਟਰੱਕ ਯੂਨੀਅਨ ਦੇ ਉੱਤੇ ਕਬਜ਼ਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਐਕਟਿਵ ਹੈ, ਕਿਤੇ ਕਿਤੇ ਆਪਣੇ ਬੰਦੇ ਵੀ ਫਿੱਟ ਕੀਤੇ। ਹੁਣ ਇੱਕ ਹੋਰ ਖਬਰ ਲੱਗੀ ਹੈ ਸਮਾਣਾ ਦੀ, ਉੱਥੇ ਵੀ ਟਰੱਕ ਯੂਨੀਅਨ ਵਾਲੇ ਕਹਿੰਦੇ ਕਿ ਸਾਡੇ ਨਾਲ ਧੱਕਾ ਕਰ ਰਹੇ ਨੇ MLA ਸਾਹਿਬ, ਪਰ MLA ਜੋੜਾ ਮਾਜਰਾ ਜਿਹੜੇ ਨੇ ਉਹ ਕਹਿੰਦੇ ਕਿ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਬੇਬੁਨਿਆਦ ਇਲਜ਼ਾਮ ਨੇ। ਪਰ ਗੱਲ ਤਾਂ ਇਹ ਆ ਕਿ ਅੱਗੇ ਨਗਰ ਨਿਗਮ ਦੀਆਂ ਚੋਣਾਂ ਜਾਂ ਪੰਚਾਇਤਾਂ ਦੀਆਂ ਹਾਲੇ ਤਾਂ ਬੜਾ ਕੁਝ ਆਉਣਾ, ਬੜੀਆਂ ਚੋਣਾਂ ਆਉਂਦੀਆਂ ਰਹਿੰਦੀਆਂ ਨੇ। ਪਰ ਜੇ ਸਰਕਾਰ ਨੇ ਇਹਨੂੰ ਹੀ ਮੇਨਟੇਨ ਨਾ ਕੀਤਾ, ਅਫਸਰਸ਼ਾਹੀ ਨੂੰ ਬੇਲਗਾਮ ਰੱਖਿਆ ਜਾਂ ਆਪਣੇ ਹਿੱਤਾਂ ਦੇ ਲਈ ਵਰਤਿਆ ਗਿਆ, ਤੇ ਫਿਰ ਲਾ ਐਂਡ ਆਰਡਰ ਉਹਨਾਂ ਨੇ ਤਾਂ ਕਹਿਣਾ ਕਿ ਸਾਡੇ ਤੋਂ ਤਾਂ ਆਪ ਉੱਪਰਲੇ ਕਰਾਉਂਦੇ ਨੇ, ਵਿੱਚ ਆਪਣਾ ਵੀ ਕਰ ਦੋ ਮਾੜਾ ਮੋਟਾ। ਦੇਖੋ, ਜਿੱਥੇ ਤੱਕ ਟਰੱਕ ਯੂਨੀਅਨ ਦਾ ਸਵਾਲ ਹੈ, ਪਿਛਲੀ ਸਰਕਾਰ ਨੇ ਟਰੱਕ ਯੂਨੀਅਨ ਜਿਹੜੇ ਸੀਗੀਆਂ ਉਹਨਾਂ ਨੂੰ ਖਤਮ ਕਰਤਾ। ਇਹ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਸੀਗਾ ਕਿ ਅਸੀਂ ਇਹਨਾਂ ਨੂੰ ਰਿਵਾਈਵ ਕਰਾਂਗੇ, ਲੇਕਿਨ ਉਹ ਡੈਮੋਕ੍ਰੈਟਿਕ ਢੰਗ ਦੇ ਨਾਲ ਹੋਣ ਤਾਂ ਚਲੋ ਇੱਕ ਗੱਲ ਹੈ, ਲੇਕਿਨ ਟਰੱਕ ਯੂਨੀਅਨਾਂ ਦੇ ਵਿੱਚ ਜਿਹੜਾ ਕਬਜ਼ਾ ਮਾਫੀਆ ਹੈਗਾ, ਜਿਹੜਾ ਟਰੱਕ ਯੂਨੀਅਨਾਂ ਦੇ ਉੱਪਰ ਕਬਜ਼ੇ ਕਰਦਾ ਹੈ ਔਰ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਨਾਲ ਉਹਨਾਂ ਯੂਨੀਅਨਾਂ ਨੂੰ ਚਲਾਉਣਾ ਹੈ, ਚਾਹੇ ਉਹ ਟੈਰਿਫ ਦੀ ਗੱਲ ਹੋਵੇ, ਚਾਹੇ ਉਹ ਬਾਕੀ ਦੀਆਂ ਚੀਜ਼ਾਂ ਹੋਣ। ਉਹਦੇ ਵਿੱਚ ਕਈ ਗੱਲਾਂ ਸੁਣਨ ਚ ਆਈਆਂ ਇਸ ਸਰਕਾਰ ਦੇ ਬਣਨ ਤੋਂ ਬਾਅਦ ਕਿ MLAs ਨੇ ਐਕਟਿਵ ਹੋ ਕੇ ਟਰੱਕ ਯੂਨੀਅਨਾਂ ਦੇ ਉੱਪਰ ਕਬਜ਼ੇ ਕੀਤੇ ਜਾਂ ਕਰਾਏ, ਜਿਹੜਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਿਧਾਂਤਕ ਵਿਚਾਰਧਾਰਾ ਜਿਹਨੂੰ ਇਹ ਕਹਿੰਦੇ ਆ ਉਹਦੇ ਬਿਲਕੁਲ ਉਲਟ ਹੈ।
ਅਗਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਤਾਂ ਲੋਕਾਂ ਦਾ ਇਸ ਪਾਰਟੀ ਦੀ ਵਿਚਾਰਧਾਰਾ ਔਰ ਉਸ ਤੋਂ ਵੀ ਵਿਸ਼ਵਾਸ ਉੱਠੇਗਾ। ਉਹ ਕਹਿਣਗੇ ਵੀ ਤਾਂ ਬਹੁਤ ਕਥਨੀ ਔਰ ਕਰਨੀ ਦੇ ਵਿੱਚ ਫਰਕ। ਹੁਣ ਤੁਸੀਂ ਗੱਲ ਕੀਤੀ ਹੈ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ। ਦੇਖੋ ਇਲੈਕਸ਼ਨਾਂ ਸਾਰੀਆਂ ਪਈਆਂ, ਚਾਹੇ ਪੰਚਾਇਤਾਂ ਦੀਆਂ ਹੋਣ, ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਹੁੰਦੀਆਂ ਹੋਣ, ਚਾਹੇ ਉਹ ਬਲਾਕ ਸੰਮਤੀਆਂ ਦਾ ਹੋਣ ਜਾਂ ਮਿਊਨਿਸਪਲ ਕਾਰਪੋਰੇਸ਼ਨ ਤੇ ਮਿਊਨਿਸਪਲ ਕਮੇਟੀਆਂ ਦੇ ਹੋਣ। ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜੇ ਲੋਕਲ ਐਮਐਲਏ ਹੁੰਦੇ ਆ, ਉਹ ਚਾਹੁੰਦੇ ਆ ਕਿ ਆਪਣਾ ਦਬਦਬਾ ਕਾਇਮ ਰਹੇ। ਉਸ ਦਬਦਬੇ ਦੇ ਵਿੱਚ ਕੀ ਹੁੰਦਾ ਹੈ ਕਿ ਨੋਮੀਨੇਟਡ ਮੈਂਬਰ ਸਾਡੇ ਹੋਣ ਔਰ ਜ਼ਿਆਦਾਤਰ ਜਿੱਤ ਕੇ ਸਾਡੇ ਮੈਂਬਰ ਆਉਣ, ਤਾਂ ਕਿ ਗ੍ਰਾਸ ਰੂਟ ਲੈਵਲ ਤੇ ਜਿਹੜਾ ਲੋਕਤੰਤਰ ਹੈ ਉਹਦੇ ਉੱਪਰ ਸਾਡਾ ਕਬਜ਼ਾ ਹੋਵੇ। ਔਰ ਕਈ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਕੋਸ਼ਿਸ਼ ਵੀ ਕੀਤੀ ਹੈ ਔਰ ਕੁਝ ਜਗ੍ਹਾ ਤੇ ਹੀ ਕਾਮਯਾਬ ਹੋਏ ਆ, ਜ਼ਿਆਦਾਤਰ ਕਾਮਯਾਬ ਨਹੀਂ ਹੋਏ। ਜਦ ਹੁਣ ਦੁਬਾਰਾ ਹੁਣ ਇਲੈਕਸ਼ਨ ਆਏਗਾ, ਇਲੈਕਸ਼ਨ ਦੇ ਵਿੱਚ ਤੁਹਾਨੂੰ ਪਤਾ ਹੈ ਹਰ ਤਰ੍ਹਾਂ ਦਾ ਹਰਬਾ ਹੀਲਾ ਇਸਤੇਮਾਲ ਕਰਦੇ ਆ ਕੈਂਡੀਡੇਟਸ ਜਿੱਤਣ ਵਾਸਤੇ। ਔਰ ਆਮ ਆਦਮੀ ਪਾਰਟੀ ਦਾ ਕਿਉਂਕਿ ਨੀਚੇ ਕੇਡਰ ਜਿਹੜਾ ਹੈਗਾ ਉਹ ਇੰਨਾ ਮਜ਼ਬੂਤ ਨਹੀਂ ਹੈ, ਔਰ दूसरियां पॉलिटिकल पार्टीज अकाली दल बीजेपी या कांग्रेस पुरानियां पार्टीज हैं तो उन्हों का कमिटेड केडर नीचे बैठा है, तो डेफिनेटली एक चैलेंज होएगा सरकार वास्ते कि अमन अमान दे नाल किस तरीके दे नाल ये चोणां जिहड़ियां हैगियां करवाइयां जान, चाहे वो म्यूनसिपैलिटियां दे होण चाहे वो पंचायतां दे होण। हाँ ये जरूर हैगा कि आम आदमी पार्टी दे एमएलए कई जगह उसे तरीके दे नाल उसे लीह ते चल रहे हैं, उसे लाइन ते चल रहे हैं जिस लाइनां ते कांग्रेसी या अकाली दल दे एमएलए चलदे सीगे कि जी म्यूनसिपैलिटियां दे कब्जा, पंचायतां दे कब्जा, ट्रक यूनियनां ते कब्जा, अपना दबदबा, डीएसपी मेरा होना चाहिए, डीसी में डीसी जिहड़ा हैगा इहनूं चेंज कर दिओ, मेरी गल नहीं मनदा। वो सारियां चीज़ां उस तरह हो रही हैं। कोई ज़्यादा फर्क मैनूं नहीं लग रहा कि कोई अप्रोच दे विच होवे जिथे तक आम आदमी पार्टी दे एमएलएज ते दा काम करन दा स्टाइल दी गल है। ਜਿੱਥੇ ਤੱਕ ਸਵਾਲ ਅੱਗੇ ਹੈ ਕਿ ਉਪ ਚੋਣ ਆ ਰਹੀ ਹੈ ਹੁਣ ਸੰਗਰੂਰ ਦੀ, ਉਹਨੂੰ ਲੈ ਕੇ ਕਹਿੰਦੇ ਮੈਦਾਨ ਖਾਲੀ ਹੈ ਕਿਉਂਕਿ ਜਿਹੜੀਆਂ ਸਿੱਖ ਧਿਰਾਂ ਨੇ ਉਹਨਾਂ ਨੇ ਰਲ ਕੇ ਰਾਜੋਆਣਾ ਸਾਹਿਬ ਦੀ ਭੈਣ ਨੂੰ ਐਲਾਨ ਕਰ ਦਿੱਤਾ ਕਿ ਉਹ ਸਾਡੇ ਉਮੀਦਵਾਰ ਹੋਣਗੇ। ਰਾਜੋਆਣਾ ਸਾਹਿਬ ਜੇਲ੍ਹ ਵਿੱਚ ਬੰਦ ਨੇ, ਭੈਣ ਜੀ ਉਹਨਾਂ ਨੂੰ ਪੁੱਛ ਕੇ ਦੱਸਣਗੇ। ਪਰ ਇੱਕ ਪਾਸੇ ਆਮ ਆਦਮੀ ਪਾਰਟੀ, ਉਧਰ ਭਗਵੰਤ ਮਾਨ ਹੋਰੀ ਜ਼ੋਰ ਲਾ ਰਹੇ ਨੇ, ਕਹਿੰਦੇ ਸ਼ਾਇਦ ਉਹਨਾਂ ਦੀ ਭੈਣ ਨੂੰ ਟਿਕਟ ਦਵਾਈ ਜਾਣੀ ਹੈ ਜਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ। ਕੀ ਇਹਨੂੰ ਸਿਰਫ ਅਗਨ ਪ੍ਰੀਖਿਆ ਤੱਕ ਸਮਝਿਆ ਜਾਵੇ ਕਿ ਸਰਕਾਰ ਜੇ ਤਾਂ ਸੱਤਾ ਦੇ ਵਿੱਚ ਜਿਹੜੀ ਸੱਤਾਧਾਰੀ ਆ ਉਹ ਜੇ ਤਾਂ ਉਪਚੋਣ ਨੂੰ ਜਿੱਤ ਜਾਂਦੀ ਹੈ ਫਿਰ ਤਾਂ ਬੱਲੇ ਬੱਲੇ ਆ, ਨਹੀਂ ਤਾਂ ਫਿਰ ਲੋਕਾਂ ਨੇ 2-3 ਮਹੀਨਿਆਂ ਦੇ ਵਿੱਚ ਰਿਜ਼ਲਟ ਦੱਸ ਦੇਣਾ ਕਿ ਲੋਕਾਂ ਦਾ ਝੁਕਾਅ ਕਿੰਨਾ ਕਿ ਇਸ ਪਾਸੇ ਵੱਲ ਹੈ, ਕਿੰਨਾ ਕੁ ਲੋਕਾਂ ਨੇ ਬਦਲਾਅ ਨੂੰ ਪਸੰਦ ਕੀਤਾ। ਦੇਖੋ ਜਿਹੜੀਆਂ ਪੰਚਾਇਤਾਂ ਤੇ ਮਿਊਨਿਸਪੈਲਿਟੀਆਂ ਦੀਆਂ ਚੋਣਾਂ ਹੁੰਦੀਆਂ ਨਾ, ਉਹਦੇ ਵਿੱਚ ਕਿਹਾ ਜਾਂਦਾ ਆਮ ਤੌਰ ਪਰ ਕਿ ਉਸੇ ਪਾਰਟੀ ਦਾ ਕਬਜ਼ਾ ਹੋ ਜਾਂਦਾ ਹੈ ਜਿਹੜੇ ਪਾਰਟੀ ਦੀ ਸੱਤਾ ਹੁੰਦੀ ਹੈ ਸਟੇਟ ਦੇ ਵਿੱਚ, ਕਿਉਂਕਿ ਪੰਚਾਇਤਾਂ ਨੇ ਮਿਊਨਿਸਪੈਲਿਟੀਆਂ ਨੇ ਗ੍ਰਾਂਟਾਂ ਲੈਣੀਆਂ ਹੁੰਦੀਆਂ ਸਰਕਾਰ ਤੋਂ, ਸਰਕਾਰ ਦੇ ਨਾਲ ਰਲ ਕੇ ਹੀ ਕੰਮ ਕਰਨਾ ਹੁੰਦਾ, ਇਸ ਕਰਕੇ ਹੁੰਦਾ। ਉਹ ਵੀ ਇੱਕ ਬਹੁਤ ਵੱਡਾ ਚੈਲੰਜ ਇਸ ਉਹਦੇ ਵਾਸਤੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ। ਜਿੱਥੇ ਤੱਕ ਗੱਲ ਹੈਗੀ ਹੈ ਪੰਚਾਇਤ ਦੀ ਚੋਣ ਦੀ, ਸੰਗਰੂਰ ਦੀ ਚੋਣ ਦੀ ਜਿਹੜੀ ਕਿ ਸੀਟ ਖਾਲੀ ਹੋ ਗਈ ਹੈ, ਉਹਦੇ ਪਰ ਅਗਰ ਇਲੈਕਸ਼ਨ ਹੁੰਦੀ ਹੈ ਤਾਂ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ, ਚਾਹੇ ਉਹ ਵਿਧਾਨ ਸਭਾ ਦੀ ਹੋਵੇ ਚਾਹੇ ਲੋਕ ਸਭਾ ਦੀ ਹੋਵੇ, ਉਹ ਡੈਫੀਨੇਟਲੀ ਸਰਕਾਰ ਵਾਸਤੇ ਇੱਕ ਟੈਸਟ ਹੁੰਦਾ ਹੈ। ਜਿਹੜੀ ਸਰਕਾਰ ਦੀ ਸੱਤਾ ਹੈ ਉਹਦੀ ਪਪੂਲੈਰਿਟੀ ਦੇ ਉੱਪਰ ਇੱਕ ਟੈਸਟ ਹੁੰਦਾ ਹੈ ਕਿ ਕਿਆ ਵਾਕਈ ਸਰਕਾਰ ਆਪਣੀ ਪਪੂਲੈਰਿਟੀ ਨੂੰ ਕਾਇਮ ਰੱਖਿਆ ਹੋਇਆ ਹੈ ਜਾਂ ਉਹਦੇ ਹੱਥੋਂ ਨਿਕਲਦੀ ਜਾ ਰਹੀ ਹੈ। ਹਜੇ ਤੱਕ ਹਾਲਾਂਕਿ ਨੋਮੀਨੇਸ਼ਨਾਂ ਖੁੱਲ ਚੁੱਕੀਆਂ, ਹਜੇ ਤੱਕ ਕਿਸੇ ਵੀ ਨੋਮੀਨੇਸ਼ਨ ਦਾ ਨਾ ਆਉਣਾ, ਮੈਦਾਨ ਖਾਲੀ ਪਿਆ, ਇਹਦਾ ਮਤਲਬ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਇੱਕ ਦੂਸਰੇ ਵੱਲ ਦੇਖ ਰਹੀਆਂ ਕਿ ਇਹਨੂੰ ਕਿਹਨੂੰ ਖੜਾ ਕਰਨਗੇ, ਉਹਦੇ ਕਾਊਂਟਰ 'ਚ ਅਸੀਂ ਕਿਹਨੂੰ ਖੜਾ ਕਰਾਂਗੇ, ਜਿਹਦੀ ਵਜ੍ਹਾ ਕਰਕੇ ਜਿਹੜਾ ਵੀ ਫਸਟ ਮੂਵ ਕਰੂਗਾ ਦੂਸਰੀਆਂ ਪੋਲੀਟੀਕਲ ਪਾਰਟੀਆਂ ਆਪਣਾ ਕੈਂਡੀਡੇਟ ਉਹਦੇ ਮੁਤਾਬਕ ਉਹਨੂੰ ਕਾਊਂਟਰ ਵਾਸਤੇ ਖੜਾ ਕਰਨਗੀਆਂ। ਇਸੇ ਕਰਕੇ ਇੱਕ ਦੂਸਰੇ ਦੇ ਮੂੰਹ ਵੱਲ ਤੱਕ ਰਹੀਆਂ ਕਿ ਦੇਖੋ ਕੌਣ ਫਸਟ ਮੂਵ ਕਰਦਾ ਹੈ। ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਆਮ ਆਦਮੀ ਪਾਰਟੀ ਦੇ ਵਿੱਚ ਇਹ ਕਿਹਾ ਗਿਆ ਹੈ, ਸੁਣਨ ਚ ਆਇਆ, ਚਰਚਾ ਦੇ ਵਿੱਚ ਹੈ ਕਿ ਸੀਐਮ ਦੀ ਸਿਸਟਰ ਜਿਹੜੀ ਹੈਗੀ ਹੈ ਉਹ ਕੈਂਡੀਡੇਟ ਹੋ ਸਕਦੀ ਹੈ। ਲੇਕਿਨ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹਨੂੰ ਆਪਾਂ ਕਹਿੰਦੇ ਆ ਖਤਰਾ ਵੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਪਰਿਵਾਰਵਾਦ ਦੀ ਵਿਰੋਧਤਾ ਕਰਦੀ ਰਹੀ ਹੈ, ਅਗਰ ਸੀਐਮ ਦੀ ਸਿਸਟਰ ਨੂੰ ਤੋਂ ਟਿਕਟ ਮਿਲਦੀ ਹੈ
ਤਾਂ ਆਪੋਜੀਸ਼ਨ ਦੇ ਹੱਥ ਦੇ ਵਿੱਚ ਇੱਕ ਬਹੁਤ ਵੱਡਾ ਹਥਿਆਰ ਜਿਹੜਾ ਹੈਗਾ ਉਹ ਪਹਿਲਾਂ ਹੀ ਆ ਜਾਏਗਾ ਕਿ ਦੇਖੋ ਜੀ ਪਰਿਵਾਰਵਾਦ ਇਹ ਕਿਸ ਤਰੀਕੇ ਦੇ ਨਾਲ ਫੈਲਾ ਰਹੇ ਹੈ, ਦੂਸਰਿਆਂ ਨੂੰ ਬਲੇਮ ਕਰ ਰਹੇ ਹੈ। ਦੂਸਰੀ ਗੱਲ ਇਹ ਹੈਗੀ ਹੈ ਸੰਗਰੂਰ ਦੀ ਜਿਹੜੀ ਸੀਟ ਹੈ ਉਹਦੇ ਵਿੱਚ ਉੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹੀ MP ਜਿੱਤਦੇ ਰਹੇ ਹੈ। ਚਾਹੇ ਉਹ ਕਈ ਵਾਰ ਇਹ ਸੀਟ ਜਿਹੜੀ ਹੈਗੀ ਅਕਾਲੀਆਂ ਕੋਲ ਰਹੀ ਹੈ, ਕਈ ਵਾਰ ਕਾਂਗਰਸ ਦੇ MP ਜਿੱਤੇ ਹੈ, ਔਰ ਆ 2 ਵਾਰ ਤੋਂ ਜਿਹੜੇ ਹੈਗੇ ਆਮ ਆਦਮੀ ਪਾਰਟੀ ਕੋਲ ਹੈ ਸੀਟ ਕਿਤੇ ਵੀ ਜਾ ਸਕਦੀ ਹੈ, ਲੇਕਿਨ ਕੈਂਡੀਡੇਟਸ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਕਿਹੜੇ ਕੈਂਡੀਡੇਟ ਨੂੰ ਖੜਾ ਕਰਦੀ ਹੈ। ਉਹਦੇ ਬਾਰੇ ਹਜੇ ਉਹ ਬਿਲਕੁਲ ਖਾਮੋਸ਼ ਹੈ, ਕਿਉਂਕਿ ਇੱਕ ਦੂਸਰੇ ਨੂੰ ਉਹ ਜੋ ਰਹੇ ਹੈ ਕਿ ਕੌਣ ਕੀ ਮੂਵ ਚਲਾਏਗਾ, ਉਹਦੇ ਮੁਤਾਬਕ ਅਸੀਂ ਕੈਂਡੀਡੇਟ ਖੜਾ ਕਰਾਂਗੇ। ਜਿਸ ਤਰ੍ਹਾਂ ਦੀ ਸਿਆਸਤ ਪ੍ਰੋਫੈਸਰ ਸਾਹਿਬ ਚੱਲ ਰਹੀ ਹੈ, ਮੈਂ ਦਿੱਲੀ ਵੱਲ ਨੂੰ ਧਿਆਨ ਮਾਰੀਏ ਤੇ ਉੱਥੇ ਅਰਵਿੰਦ ਕੇਜਰੀਵਾਲ ਹੋਣੀ ਪਹਿਲਾਂ ਕਹਿੰਦੇ ਸੀ ਕਿ ਸਾਡੇ ਇੱਕ ਮੰਤਰੀ ਨੂੰ ਜੀ ਇਹਨਾਂ ਨੇ ਝੂਠੇ ਕੇਸ 'ਚ ਫਸਾ ਦੇਣਾ, ਤੇ ਉਹ ਸਿਹਤ ਮੰਤਰੀ ਸਾਹਿਬ ਸਤਿੰਦਰ ਜੈਨ ਅੰਦਰ ਨੇ। ਤੇ ਦੂਜੇ ਬੰਨੇ ਹੁਣ ਉਹ ਕਹਿੰਦੇ ਕਿ ਜਿਹੜੇ ਉਪ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਪਰਚੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਤੇ ਕੇਂਦਰ ਤੇ ਤਾਂ ਸਵਾਲ ਉੱਠਦਾ ਹੀ ਆ ਕਿ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਉੱਥੇ ਤਾਂ ਨਹੀਂ ਕੁਝ ਹੁੰਦਾ, ਜਿੱਥੇ ਇਹਨਾਂ ਤੋਂ ਉਲਟ ਕੋਈ ਸਰਕਾਰ ਹੁੰਦੀ ਹੈ ਤਾਂ ਉੱਥੇ ਇਹਨਾਂ ਦੀਆਂ ਏਜੰਸੀਆਂ ਵੀ ਦਬ ਕੇ ਕੰਮ ਕਰਦੀਆਂ ਨੇ। ਦੇਖੋ ਬਹੁਤ ਘੱਟ ਕੇਸਿਸ ਐਸੇ ਹੈ ਜਿਹੜੇ ਕਿ ਬੀਜੇਪੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਖਿਲਾਫ ED ਜਾਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇਨਕਮ ਟੈਕਸ ਦੇ ਛਾਪੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ। ਜਿੱਥੇ ਕਿਤੇ ਵੀ ਇਲੈਕਸ਼ਨ ਆਉਂਦਾ ਹੈ, ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੀਆਂ ਸੈਂਟਰਲ ਏਜੰਸੀਜ਼ ਹੈ ਉਹ ਐਕਟੀਵੇਟ ਹੋ ਜਾਂਦੀਆਂ। ਉਹ ਜਾਣਬੁੱਝ ਕੇ ਕਰਵਾਈਆਂ ਜਾਂਦੀਆਂ ਜਾਂ ਅਣਜਾਣੇ 'ਚ ਹੁੰਦੀਆਂ ਜਾਂ ਇੱਕ ਨਾਰਮਲ ਕੋਰਸ ਹੈ ਜਾਂ ਉਹਨਾਂ ਨੂੰ ਡਾਇਰੈਕਸ਼ਨ ਹੁੰਦੀ ਹੈ। ਇਹ ਸਾਰੇ ਆਪਾਂ ਸਾਰੇ ਇਸ ਚੀਜ਼ ਦਾ ਵਿਸ਼ਲੇਸ਼ਣ ਚੰਗੀ ਤਰ੍ਹਾਂ ਕਰਦੇ ਹਾਂ ਔਰ ਕਰ ਚੁੱਕੇ ਹਾਂ। ਹਾਂ, ਜਿੱਥੇ ਤੱਕ ਸਵਾਲ ਹੈਗਾ ਇਹਦਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਫੀ MLAs ਦੇ ਉੱਪਰ ਪਹਿਲਾਂ ਵੀ ਕਾਫੀ ਕਾਰਵਾਈਆਂ ਹੁੰਦੀਆਂ ਰਹੀਆਂ। ਉਹਨਾਂ ਵਿੱਚੋਂ ਕਈ MLA ਆਮ ਆਦਮੀ ਪਾਰਟੀ ਨੂੰ ਛੱਡ ਕੇ BJP ਦੇ ਵਿੱਚ ਵੀ ਚਲੇ ਗਏ ਔਰ BJP ਦੇ ਮੁੱਖ ਚਿਹਰੇ ਵੀ ਬਣੇ ਦਿੱਲੀ ਦੀ ਸਿਆਸਤ ਦੇ ਵਿੱਚ, ਔਰ ਜਿਹੜਾ ਉਹਨਾਂ ਦਾ ਏਜੰਡਾ ਹੈਗਾ ਉਹਨੂੰ ਏਜੰਡੇ ਨੂੰ ਵੀ ਉਹਨਾਂ ਨੇ ਅੱਗੇ ਵਧਾਇਆ। ਲੇਕਿਨ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਆ ਕਿ ਜਿਹੜਾ ਸਤਿੰਦਰ ਜੈਨ ਹੈ ਉਹਨਾਂ ਨੂੰ ਤਾਂ ਪਦਮ ਸ਼੍ਰੀ ਮਿਲਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਮਹੱਲਾ ਕਲੀਨਿਕ ਵਰਗਾ ਜਿਹੜਾ ਕਨਸੈਪਟ ਹੈ ਉਹਨੂੰ ਬਹੁਤ ਕਾਮਯਾਬ ਕੀਤਾ ਹੈ ਤੇ ਉਹਨੂੰ ਜੇਲ੍ਹ ਦੇ ਵਿੱਚ ਕੀਤਾ ਗਿਆ। ਦੂਸਰੇ ਤਰਫ ਉਹ ਵੀ ਕਹਿੰਦੇ ਹੈ ਕਿ ਮਨੀਸ਼ ਸਿਸੋਦੀਆ ਹੋ ਸਕਦਾ ਹੈ ਦੂਸਰਾ ਨੈਕਸਟ ਟਾਰਗੇਟ ਹੋਣ। ਦੇਖੋ ਜਿਹੜੀ ਦਿੱਲੀ ਹੈ, ਦਿੱਲੀ ਦੀ ਇੱਕ ਜਿਹੜੀ ਵਿਚਿੱਤਰ ਜੀ ਸਿਚੁਏਸ਼ਨ ਹੈ, ਨਾ ਇਹ ਕਾਰਪੋਰੇਸ਼ਨ ਹੈ ਪੂਰੀ ਤਰ੍ਹਾਂ ਵੱਡੀ ਜਿਹਨੂੰ ਆਪਾਂ ਕਹਿੰਦੇ ਆ ਵੀ ਆਪਾਂ ਕਹਿ ਦਈਏ ਕੇਜਰੀਵਾਲ ਕਾਰਪੋਰੇਸ਼ਨ ਦਾ ਹੈਡ ਹੈ, ਨਾ ਉਹ ਸਟੇਟ ਹੈ। ਉਹ ਉੱਥੇ ਬਹੁਤ ਸਾਰੇ ਮਹਿਕਮੇ ਖਾਸ ਤੌਰ ਪਰ ਪੁਲਿਸ ਵਗੈਰਾ ਉਹ ਸਾਰਾ ਜਿਹੜਾ ਹੈਗਾ ਉਹ ਉਹਨਾਂ ਦੇ ਕਬਜ਼ੇ 'ਚ ਹੀ ਨਹੀਂ ਹੈ, ਬਲਕਿ ਸੈਂਟਰ ਗਵਰਨਮੈਂਟ ਨੇ ਇੱਥੇ ਤੱਕ ਕਰਤਾ ਕਿ ਅਸੀਂ ਦਿੱਲੀ ਦੀ ਸਰਕਾਰ ਜਿਹੜੀ ਹੈ ਉਹਨੂੰ ਮੰਨਦੇ ਹਾਂ, ਜਿਹੜਾ ਉੱਥੇ ਦਾ ਲੈਫਟੀਨੈਂਟ ਗਵਰਨਰ ਹੈ ਉਹ ਹੈ ਦਿੱਲੀ ਦੀ ਸਰਕਾਰ। ਇਹਦਾ ਮਤਲਬ ਹੈਗਾ ਕੇਜਰੀਵਾਲ ਹੁਣੀ ਤਾਂ ਬਸ ਆਪਣੀ ਸਿਆਸਤ ਕਰ ਰਹੇ ਆ, ਅਸੈਂਬਲੀ ਉਹਨਾਂ ਦੇ ਹੱਥ ਦੇ ਵਿੱਚ ਹੈ, ਬਾਕੀ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੰਨਾ ਰੈਕਗਨਾਈਜ਼ ਨਹੀਂ ਕਰਦੀ ਔਰ ਜਿੱਥੇ ਕਿਤੇ ਉਹ ਉੱਭਰਨ ਦੀ ਕੋਸ਼ਿਸ਼ ਕਰਦੇ ਆ ਸੈਂਟਰ ਗਵਰਨਮੈਂਟ ਕਈ ਤਰ੍ਹਾਂ ਦੇ ਹਥਕੰਡੇ ਆਪਣੇ ਇਸਤੇਮਾਲ ਕਰਦੀ ਵੀ ਹੈ। ਇਹਦੇ ਵਿੱਚ ਵੀ ਆਪਾਂ ਦੇਖ ਹੀ ਰਹੇ ਹਾਂ। ਔਰ ਕੋਈ ਇਹ ਵੀ ਹੋਵੇ ਕਿ ਇਹ ਜਿਹੜੇ ਛਾਪੇ ਪੈਂਦੇ ਆ ਜਾਂ ਹੋਰ ਹੁੰਦੇ ਆ ਇਹਨਾਂ ਵਿੱਚੋਂ ਕੋਈ ਇਸ ਤਰ੍ਹਾਂ ਦੇ ਨਤੀਜੇ ਨਿਕਲਣ ਕਿ ਬੜੀ ਲੋਕ ਫੜੇ ਵੀ ਗਏ, ਕਨਵਿਕਟ ਵੀ ਹੋ ਗਏ। ਕਨਵਿਕਸ਼ਨ ਰੇਟ ਬਹੁਤ ਘੱਟ ਹੈ, ਨਾ ਦੇ ਬਰਾਬਰ ਹੈ ਆਲਮੋਸਟ। ਇਹਦਾ ਮਤਲਬ ਹੈਗਾ ਕਿ ਲੋਕਾਂ ਨੂੰ ਤੰਗ ਕਰਨ ਵਾਸਤੇ ਹੀ ਸਾਰਾ ਕੁਝ ਕੀਤਾ ਜਾਂਦਾ ਹੈ, ਜਾਂ ਆਪਣਾ ਪੋਲੀਟੀਕਲ ਸਕੋਰ ਸੈਟਲ ਕਰਨ ਵਾਸਤੇ ਕੀਤਾ ਜਾਂਦਾ ਹੈ, ਜਾਂ ਵਿਰੋਧੀਆਂ ਨੂੰ ਦਬਾਉਣ ਵਾਸਤੇ ਕੀਤਾ ਜਾਂਦਾ ਹੈ। ਰੀਸੈਂਟਲੀ ਟੈਰਰਿਜ਼ਮ ਦੇ ਕੇਸ ਦੇ ਵਿੱਚ ਕਈ ਮੁਸਲਿਮ ਬੱਚੇ ਫੜੇ ਗਏ ਸੀਗੇ ਜਿਹੜੇ 8-8 9-9 ਸਾਲ ਜੇਲ੍ਹਾਂ ਦੇ ਵਿੱਚ ਭੁਗਤੇ। ਹੁਣ ਉਹਨਾਂ ਨੂੰ ਕੋਰਟ ਨੇ ਬਰੀ ਕਰਤਾ। ਹੁਣ ਤੁਸੀਂ ਦੱਸੋ ਜਿਨ੍ਹਾਂ ਦਾ ਭਵਿੱਖ ਜਿਹੜਾ ਹੈਗਾ, ਜਿਨ੍ਹਾਂ ਦਾ ਜਿਹੜਾ ਜਵਾਨੀ ਹੈ 8-8 9-9 10-10 ਸਾਲ ਜੇਲ੍ਹਾਂ ਦੇ ਵਿੱਚ ਵਿਦਆਊਟ ਐਨੀ ਰੀਜ਼ਨ ਰਹੇ, ਲੇਕਿਨ ਜਿਹੜੀਆਂ ਤੁਹਾਡੀਆਂ
ਹਿੰਦੀ ਚੈਨਲਸ ਹੈਗੇ ਆ, ਉਹਨਾਂ ਨੇ ਉਸ ਵੇਲੇ ਉਹ ਤੂਫਾਨ ਮਚਾਇਆ ਕਿ ਪਤਾ ਨਹੀਂ ਕੀ ਹੋ ਗਿਆ। ਆ ਹੁਣ ਆਰੀਅਨ ਦਾ ਕੇਸ ਹੀ ਲੈ ਲਓ ਤੁਸੀਂ, ਜਿਹੜਾ ਡਰੱਗਸ ਦਾ ਮਾਮਲਾ था, ਮੈਂ ਕਿਹਾ ਜੀ ਜਿਹੜਾ ਹਿੰਦੀ ਮੀਡੀਆ ਹੈਗਾ ਉਹਨੇ ਇਸ ਤਰੀਕੇ ਦੇ ਨਾਲ ਪੇਂਟ ਕੀਤਾ ਜਿਵੇਂ ਕਿ ਉਹ ਦੁਨੀਆ ਦਾ ਸਭ ਤੋਂ ਵੱਡਾ ਸਮਗਲਰ ਹੁੰਦਾ, ਡਰੱਗਸ ਦਾ ਬਹੁਤ ਵੱਡਾ ਮਾਫੀਆ ਹੁੰਦਾ, ਲੇਕਿਨ ਹੁਣ ਨਿਕਲਿਆ ਕੁਝ ਨਹੀਂ। ਇਹ ਮੀਡੀਆ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਅਸੀਂ ਕੋਈ ਇਨਵੈਸਟੀਗੇਸ਼ਨ ਕਰੀਏ, ਨਾ ਕਿ ਇੱਕ ਏਜੰਡਾ ਲੈ ਕੇ ਚੱਲੀਏ। ਇੱਕ 2014 ਤੋਂ ਬਾਅਦ ਇਹ ਜ਼ਰੂਰ ਹੋ ਗਿਆ ਕਿ ਮੀਡੀਆ ਦੇ ਜਿਹੜੇ ਐਂਕਰ ਹੈ ਉਹ ਆਪਣਾ ਏਜੰਡਾ ਲੈ ਕੇ ਚੱਲਦੇ ਆ, ਉਹਦੇ ਮੁਤਾਬਕ ਹੀ ਕੁਐਸਚਨ ਪੁੱਟ ਕਰਦੇ ਆ, ਉਹਦੇ ਮੁਤਾਬਕ ਹੀ ਆਨਸਰ ਵੀ ਭਾਲਦੇ ਆ, ਜਿਹੜੇ ਡਿਬੇਟ ਵਾਸਤੇ ਆਉਂਦੇ ਆ। ਉਹ ਚੀਜ਼ ਜਿਹੜੀ ਹੈਗੀ ਹੈ, ਉਸ ਚੀਜ਼ ਦੀ ਵਜ੍ਹਾ ਕਰਕੇ ਹੀ ਇੰਟਰਨੈਸ਼ਨਲ ਲੈਵਲ ਤੇ ਆਪਾਂ ਦੇਖੀਏ ਆਪਣਾ ਮੀਡੀਆ ਜਿਹੜਾ ਹੈਗਾ ਉਹਦੀ ਇੰਡੀਪੈਂਡੈਂਸ ਕਾਫੀ ਨੀਚੇ ਚਲੀ ਗਈ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਉਂਕਿ ਦੇਖੋ ਸੁਖਵਿੰਦਰ ਜੀ, ਆਪਾਂ ਸਾਰੇ ਸਟੇਕ ਹੋਲਡਰ ਆ ਇਸ ਸਟੇਟ ਨੂੰ ਅੱਗੇ ਵਧਾਉਣ ਦੇ ਵਿੱਚ। ਉਹਦੇ ਵਿੱਚ ਮੀਡੀਆ ਜਿਹੜਾ, ਜਿਹਨੂੰ ਆਪਾਂ ਕਹਿੰਦੇ ਆ ਚੌਥਾ ਸਤੰਭ ਹੈ ਸਰਕਾਰ ਦਾ, ਔਰ ਅਸੀਂ ਜਿਹੜੇ ਸੇਧ ਦੇਣ ਵਾਲੇ ਆ ਸਮਾਜ ਨੂੰ, ਔਰ ਸਰਕਾਰ ਹੈ, ਅਸੀਂ ਸਾਰੇ ਸਟੇਕ ਹੋਲਡਰ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਗਰ ਸਰਕਾਰ ਈਡੀ ਦਾ ਗਲਤ ਇਸਤੇਮਾਲ ਕਰਦੀ ਹੈ, ਮੀਡੀਆ ਆਪਣੀ ਪ੍ਰੈਜ਼ੈਂਸ ਦਾ ਗਲਤ ਇਸਤੇਮਾਲ ਕਰਦਾ ਹੈ, ਬੁੱਧੀਜੀਵੀ ਜਿਹੜੇ ਹੈਗੇ ਆ ਉਹ ਠੀਕ ਐਨਾਲਿਸਿਸ ਨਾ ਕਰਕੇ ਬਾਇਸਡ ਓਪੀਨੀਅਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਸਾਰੇ ਜ਼ਿੰਮੇਵਾਰ ਬਣ ਜਾਂਦੇ। ਉਸ ਚੀਜ਼ ਨੂੰ ਆਪਾਂ ਸਾਰਿਆਂ ਨੂੰ ਦੇਖਣਾ ਪਏਗਾ। ਬਿਲਕੁਲ ਸਹੀ ਗੱਲ ਹੈ। ਮੇਰਾ ਆਖਰੀ ਸਵਾਲ ਹੈ ਖਾਲਿਦ ਸਾਹਿਬ ਕਿ ਕੁਲਗਾਮ ਦੇ ਵਿੱਚ ਜੋ ਕੁਝ ਉੱਥੇ ਜੰਮੂ ਕਸ਼ਮੀਰ ਵਿੱਚ ਵਾਪਰ ਰਿਹਾ, ਦੂਜੇ ਦਿਨ ਕੋਈ ਨਾ ਕੋਈ ਘੱਟ ਗਿਣਤੀ ਭਾਈਚਾਰੇ ਤੋਂ, ਜਦੋਂ ਤੋਂ ਕਸ਼ਮੀਰ ਫਾਈਲਸ ਫਿਲਮ ਆਈ ਹੈ ਉਸ ਤੋਂ ਬਾਅਦ ਇਹ ਵਾਰਦਾਤਾਂ ਕਾਫੀ ਵੱਧ ਰਹੀਆਂ। ਪੰਜਾਬ ਤੇ ਕਸ਼ਮੀਰ ਨੂੰ ਇੱਕ ਥਾਂ ਤੇ ਖੜਾ ਕੇ ਕਈ ਵਾਰੀ ਦੇਖਣ ਲੱਗ ਜਾਂਦੇ ਨੇ ਕਿ ਉੱਥੇ ਚਲੋ ਅੱਤਵਾਦ ਹੈ, ਇੱਥੇ ਗੈਂਗਸਟਰਵਾਦ ਹੈ। ਗੱਲ ਤਾਂ ਉੱਥੇ ਗੱਲ ਤਾਂ ਹੱਥ ਚੁੱਕਣ ਦੀ ਹੈ, ਉਹਨਾਂ ਨੇ ਵੀ ਹੱਥ ਚੁੱਕੀ ਹੈ, ਇੱਥੇ ਵੀ ਹੱਥ ਚੁੱਕੀ ਗਈ ਹੈ। ਦੇਖੋ ਇਦਾਂ ਹੈਗਾ ਕਿ ਕਸ਼ਮੀਰ ਦੇ ਵਿੱਚ ਜੋ ਟਾਰਗੇਟਡ ਕਿਲਿੰਗਸ ਹੋ ਰਹੀਆਂ, ਉਹਨਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਕੰਡੈਮ ਕਰਨਾ ਚਾਹੀਦਾ, ਕਿਉਂਕਿ ਦੇਸ਼ ਆਪਣਾ ਸਭ ਦਾ, ਔਰ ਸਾਡਾ ਜਿਹੜਾ ਫੰਡਾਮੈਂਟਲ ਰਾਈਟਸ ਹੈ, ਸਾਨੂੰ ਪੂਰੀ ਆਜ਼ਾਦੀ ਦਿੰਦੇ ਆ ਦੇਸ਼ ਦੇ ਵਿੱਚ ਕਿਤੇ ਵੀ ਆਪਣਾ ਪ੍ਰੋਫੈਸ਼ਨਲ ਚਲਾਉਣ ਦਾ, ਆਪਣੇ ਠਹਿਰਨ ਦਾ, ਰੁਕਣ ਦਾ। ਆਰਟੀਕਲ 370 ਜਿਸ ਤਰੀਕੇ ਦੇ ਨਾਲ ਖਤਮ ਕੀਤੀ ਗਈ, ਉੱਥੇ ਦੀ ਪਾਰਲੀਮੈਂਟ ਅਸੈਂਬਲੀ ਨੂੰ ਭੰਗ ਕਰਕੇ, ਉਸ ਤੋਂ ਬਾਅਦ ਆਰਟੀਕਲ 35A ਜਿਹੜਾ ਸੀਗਾ ਉਹਨੂੰ ਖਤਮ ਕੀਤਾ ਗਿਆ। ਉਹਦੇ ਵਿੱਚ ਇੱਕ ਰਿਜ਼ੈਂਟਮੈਂਟ ਵੈਲੀ ਦੇ ਵਿੱਚ ਬੜੀ ਜ਼ਬਰਦਸਤ ਹੈ। ਇਹ ਕਾਊਂਟਰ ਪ੍ਰੋਡਕਟਿਵ ਹੈ, ਯਾਨੀ ਉਹ ਇਹ ਸੋਚਦੇ ਆ ਵੀ ਵੈਲੀ ਦੇ ਵਿੱਚ 370 ਤੇ 35A ਖਤਮ ਕਰਕੇ ਇੱਕ ਡੈਮੋਗ੍ਰਾਫਿਕ ਚੇਂਜ ਲਿਆਉਣਾ ਚਾਹੁੰਦੇ ਆ, ਯਾਨੀ ਕਿ ਬਾਹਰਲੇ ਬੰਦੇ ਲਿਆ ਕੇ ਇੱਥੇ ਬਸਾਉਣਾ ਚਾਹੁੰਦੇ ਆ ਤਾਂ ਕਿ ਕਸ਼ਮੀਰੀ ਲੋਕ ਜਿਹੜੇ ਹੈਗੇ ਮਾਈਨੋਰਿਟੀ ਚ ਹੋ ਜਾਣ, ਔਰ ਬਾਹਰਲੀਆਂ ਪੋਲੀਟੀਕਲ ਪਾਰਟੀਆਂ ਆ ਕੇ ਇੱਥੇ ਆਪਣਾ ਉਹ ਚਲਾਉਣ। ਉਹਨੂੰ ਕਾਊਂਟਰ ਕਰਨ ਵਾਸਤੇ ਇਹ ਟਾਰਗੇਟਡ ਕਿਲਿੰਗਸ ਹੋ ਰਹੀਆਂ। ਇਸ ਕਰਕੇ, ਔਰ ਫਿਰ ਪੋਲੀਟੀਕਲ ਪ੍ਰੋਸੈਸ ਉੱਥੇ ਕੋਈ ਨਹੀਂ ਹੈ। ਤੁਸੀਂ ਕਿਸ ਸਟੇਟ ਦੇ ਕਿਸੇ ਵੀ ਇਲਾਕੇ ਨੂੰ ਆਪਣੇ ਸਿਕਿਉਰਿਟੀ ਫੋਰਸਿਸ ਦੀ ਜੁੱਤੀ ਥੱਲੇ ਰੱਖ ਕੇ ਰਾਜ ਨਹੀਂ ਚਲਾ ਸਕਦੇ। ਅਗਰ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਤਾਂ ਡੈਫੀਨਿਟਲੀ ਉਹ ਕਿਸੇ ਨਾ ਕਿਸੇ ਭੜਾਕਾ ਹੋਏਗਾ, ਕਿਸੇ ਨਾ ਕਿਸੇ ਗੁਬਾਰਾ ਫੁੱਟੇਗਾ। ਉਹ ਗੁਬਾਰਾ ਫੁੱਟ ਰਿਹਾ। ਆਪਾਂ ਇਹ ਕਲੇਮ ਕਰ ਰਹੇ ਹਾਂ ਕਿ 370 ਖਤਮ ਹੋਣ ਤੋਂ ਬਾਅਦ 35A ਖਤਮ ਹੋਣ ਤੇ 35 ਖਤਮ ਹੋਣ ਤੋਂ ਬਾਅਦ ਤਾਂ ਜੀ ਮਤਲਬ ਉੱਥੇ ਬੱਲੇ ਬੱਲੇ ਹੋ ਗਈ ਹੈ, ਉੱਥੇ ਐਵਰੀਥਿੰਗ ਇਜ਼ ਹੰਕੀ ਡੋਰੀ, ਸਭ ਠੀਕ ਹੈ। ਲੇਕਿਨ ਮੈਂ ਰਾਤ ਹੀ ਕੋਈ ਬੜੇ ਸੀਨੀਅਰ ਹੈਗੇ ਆ ਜਿਹੜੇ ਕਿ ਕਸ਼ਮੀਰੀ ਪੰਡਤਾਂ ਦੀ ਨੁਮਾਇੰਦਗੀ ਕਰਦੇ ਆ ਔਰ ਕਾਫੀ ਟੀਵੀ ਤੇ ਐਕਟਿਵ ਹੁੰਦੇ ਆ। ਉਹ ਕਹਿੰਦੇ 1989-90 ਦੇ ਵਿੱਚ ਮੇਰੇ ਕਸ਼ਮੀਰੀਆਂ ਪੰਡਤਾਂ ਦਾ ਪਲਾਇਨ ਹੋਇਆ, ਇਸ ਵੇਲੇ ਸਥਿਤੀ ਉਸ ਤੋਂ ਵੀ ਮਾੜੀ ਹੈ। ਜਿਹਦਾ ਮਤਲਬ ਇਹ ਹੈਗਾ ਕਿ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਹੈ ਉੱਥੇ ਦੇ ਲੋਕਾਂ ਨੂੰ ਕੌਨਫੀਡੈਂਸ ਲੈਣ ਦੇ ਵਿੱਚ ਫੇਲ ਹੋ ਗਈ ਹੈ। ਇਹਦਾ ਮਤਲਬ ਹੈ ਜਿਸ ਪਰਪਸ ਵਾਸਤੇ ਤੁਸੀਂ ਆਰਟੀਕਲ 35A ਔਰ 370 ਖਤਮ ਕੀਤੀ ਸੀ, ਉਹਦਾ ਪਰਪਸ ਵੀ ਖਤਮ ਹੋ ਗਿਆ। ਸਿਰਫ ਇੰਨਾ ਜ਼ਰੂਰ ਕੀਤਾ ਹੈ ਕਿ ਲੋਕਾਂ ਨੂੰ ਜੰਮੂ ਦੇ ਵਿੱਚ ਜਿਹੜੀਆਂ ਹੈਗੀਆਂ ਸਿਟੀਜ਼ਨਸ਼ਿਪ ਦੇਤੀ ਹੈ, ਉਹਦੇ ਨਾਲ ਉਹ ਆਪਣੀ ਵੋਟ ਬੈਂਕ ਪੱਕਾ ਕਰ ਲਿਆ। ਲੇਕਿਨ ਜਿੱਥੇ ਤੱਕ ਲਾ ਐਂਡ ਆਰਡਰ ਦੀ ਸਥਿਤੀ ਹੈ ਵੈਲੀ ਦੇ ਵਿੱਚ, ਹਾਲਾਂਕਿ ਸੁਖਵਿੰਦਰ ਜੀ ਜਿਹੜਾ ਸਾਡੀ ਵੈਲੀ ਹੈ ਕਸ਼ਮੀਰ ਵੈਲੀ, ਜਿਹੜਾ ਔਰ ਕਸ਼ਮੀਰ ਵੈਲੀ ਦੇ ਵਿੱਚ
ਵਾਇਲੈਂਸ ਤਾਂ ਹੈ ਹੀ, ਲੇਕਿਨ ਐਟ ਦ ਸੇਮ ਟਾਈਮ ਦੁਨੀਆ ਦਾ ਸਭ ਤੋਂ ਜ਼ਿਆਦਾ ਹਾਈਲੀ, ਜਿਹਨੂੰ ਆਪਾਂ ਕਹਿੰਦੇ ਮਿਲਟਰਾਈਜ਼ਡ ਜ਼ੋਨ ਜਿਹੜਾ ਹੈਗਾ, ਮਿਲਟਰਾਈਜ਼ਡ ਪਲੇਸ ਜਿਹੜੀ ਹੈਗੀ ਹੈ, ਉਹ ਕਸ਼ਮੀਰ ਵੈਲੀ ਹੈ, ਜਿੱਥੇ ਹਰ ਤਰ੍ਹਾਂ ਦੀ ਫੋਰਸ ਉੱਤੇ ਬੈਠੀ ਹੈ, ਚੱਪੇ ਚੱਪੇ ਤੇ, ਗਲੀ ਕੂਚੇ ਤੇ। ਤੁਸੀਂ ਸ੍ਰੀਨਗਰ ਦੇ ਵਿੱਚ ਚਲੇ ਜਾਓ, ਤੁਸੀਂ ਹੋਰ ਜਗ੍ਹਾ ਤੇ ਚਲੇ ਜਾਓ, ਤੁਹਾਨੂੰ ਹਰ ਚੌਂਕ ਦੇ ਉੱਪਰ ਤੁਹਾਨੂੰ ਸਿਕਿਉਰਿਟੀ ਫੋਰਸਿਸ ਨਜ਼ਰ ਆਉਣਗੀਆਂ। ਉਸ ਦੇ ਬਾਵਜੂਦ ਵੀ ਇਹ ਹੋ ਰਿਹਾ ਹੈ। ਇਹਦਾ ਮਤਲਬ ਹੈ ਕਿ ਤੁਸੀਂ ਜਦ ਤੱਕ ਪੋਲੀਟੀਕਲ ਪ੍ਰੋਸੈਸ ਨਹੀਂ ਸ਼ੁਰੂ ਕਰਦੇ, ਲੋਕਾਂ ਦਾ ਕੌਨਫੀਡੈਂਸ ਨਹੀਂ ਬਿਲਡ ਕਰਦੇ, ਔਰ ਅਗਰ ਤੁਹਾਤੋਂ ਕੋਈ ਕੁਤਾਹੀਆਂ ਹੋਈਆਂ ਨੇ, ਉਹਨਾਂ ਨੂੰ ਮੁੜ ਵਿਚਾਰ ਨਹੀਂ ਕਰਦੇ, ਤਾਂ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਸੰਭਲਣ ਵਾਲੀ ਲੱਗ ਨਹੀਂ ਰਹੀ। ਜੀ ਧੰਨਵਾਦ ਸਭ, ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ। ਸੋ ਮੌਜੂਦ ਸਾਨੂੰ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ। ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਮੁਲਕ ਦੇ ਵਿੱਚ ਬਣੇ ਹੋਏ ਨੇ, ਚਿੰਤਾਜਨਕ ਨੇ, ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜਾਂ ਜੋ ਕੁਝ ਬਾਕੀ ਸਟੇਟਾਂ ਦੇ ਵਿੱਚ ਹੋ ਰਿਹਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।